ਦਿੱਲੀ ਸਪੈਸ਼ਲ ਸੈੱਲ ਦੇ ਸੀਪੀਐਚਜੀਐਸ ਧਾਲੀਵਾਲ ਦਾ ਮੂਸੇਵਾਲਾ ਕਤਲ ਕੇਸ ਦੇ ਵਿੱਚ ਵੱਡਾ ਖੁਲਾਸਾ ਆ ਗਿਆ। ਮੂਸੇਵਾਲਾ ਨੂੰ ਮਾਰਨ ਦੇ ਲਈ 6 ਮਹੀਨੇ ਤੋਂ ਹੋ ਰਹੀ ਸੀ ਪਲੈਨਿੰਗ। 8 ਤੋਂ 9 ਵਾਰ ਹੋਈ ਰੇਕੀ। ਘਰ ਦੇ ਵਿੱਚ ਜਾ ਕੇ ਮਾਰਨ ਦੀ ਵੀ ਸੀ ਪਲੈਨਿੰਗ। ਸੁਰੱਖਿਆ ਨਾਲ ਹੁੰਦੀ ਤਾਂ ਉਸ ਲਈ ਵੀ ਸੀ ਵੱਖਰੀ ਯੋਜਨਾ। ਧਾਲੀਵਾਲ ਦਾ ਨਿਊਜ਼ 18 ਤੇ ਵੱਡਾ ਖੁਲਾਸਾ। ਵਾਰਦਾਤ ਦੇ ਵਿੱਚ ਵਰਤੇ ਹਥਿਆਰ ਅਜੇ ਤੱਕ ਨਹੀਂ ਹੋਏ ਬਰਾਮਦ। ਰਿਜ਼ਰਵ ਹਥਿਆਰ ਹੀ ਕਿਤੇ ਗਏ ਨੇ ਬਰਾਮਦ। ਕਤਲ ਦੇ ਲਈ ਵਰਤੀ ਰਾਈਫਲ ਲੈ ਗਿਆ ਮਨਪ੍ਰੀਤ ਮੰਨੂ। ਪ੍ਰਿਯਵਰਤ ਫੌਜੀ ਨੂੰ ਫਤਿਹਾਬਾਦ ਦੇ ਵਿੱਚ ਮਿਲਿਆ ਸੀ ਹਥਿਆਰਾਂ ਦੇ ਨਾਲ ਭਰਿਆ ਬੈਗ। ਪੰਜਾਬ ਪੁਲਿਸ ਦੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਲਾਰੈਂਸ ਬਿਸ਼ਨੋਈ। ਵਕੀਲ ਨੇ ਲਗਾਇਆ ਟਾਰਚਰ ਕਰਨ ਦਾ ਇਲਜ਼ਾਮ। ਕਿਹਾ ਅਦਾਲਤ ਦੇ ਹੁਕਮਾਂ ਦੀ ਨਹੀਂ ਹੋ ਰਹੀ ਪਾਲਣਾ। ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਮਿਲੀ ਧਮਕੀ। ਫੋਨ ਕਰਕੇ ਮੰਗੀ ਰੰਗਦਾਰੀ। ਖੁਦ ਨੂੰ ਲਾਰੈਂਸ ਦਾ ਸਾਥੀ ਦੱਸਿਆ। ਓਪੀ ਸੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ। ਕਤਲ ਤੋਂ ਬਾਅਦ ਕੱਲ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ। SYL ਗੀਤ ਸ਼ਾਮ 6 ਵਜੇ ਹੋਵੇਗਾ ਰਿਲੀਜ਼। ਮੂਸੇਵਾਲਾ ਦੀ ਟੀਮ ਨੇ ਸਾਂਝਾ ਕੀਤਾ ਪੋਸਟਰ। ਕਤਲ ਤੋਂ ਪਹਿਲਾਂ ਮੂਸੇਵਾਲਾ ਨੇ ਆਪਣੀ ਆਵਾਜ਼ ਦੇ ਵਿੱਚ ਕੀਤਾ ਸੀ ਰਿਕਾਰਡ। ਨਵਾਂ ਸੰਸਦ ਚੁਣਨ ਦੇ ਲਈ ਸੰਗਰੂਰ ਤਿਆਰ। ਜ਼ਿਮਨੀ ਚੋਣ ਦੀ VOTING ਦੀਆਂ ਤਿਆਰੀਆਂ ਮੁਕੰਮਲ। ਕੱਲ ਦਿਗਜਨ ਦੀ ਕਿਸਮਤ ਦਾ ਹੋਵੇਗਾ ਫੈਸਲਾ। ਕਾਂਗਰਸ ਦੇ ਸਾਬਕਾ MLA ਜੋਗਿੰਦਰਪਾਲ ਭੋਆ ਨੂੰ ਪਠਾਨਕੋਟ ਕੋਰਟ ਤੋਂ ਮਿਲੀ ਜ਼ਮਾਨਤ। ਨਜਾਇਜ਼ ਮਾਈਨਿੰਗ ਕੇਸ ਦੇ ਵਿੱਚ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ। ਚੰਡੀਗੜ੍ਹ ਦੇ ਵਿੱਚ IAS ਸੰਜੇ ਪੋਪਲੀ ਦੇ ਘਰ ਦੇ ਵਿੱਚ ਰੇਡ। 73 ਕਾਰਤੂਸ ਬਰਾਮਦ। ਪੁਲਿਸ ਨੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਕੇਸ। ਲੇਹ ਲਦਾਖ ਦੇ ਵਿੱਚ ਸ਼ਹੀਦ ਹੋਇਆ ਖੰਨਾ ਦੇ ਪਿੰਡ ਸਲੌਦੀ ਸਿੰਘਾਂ ਦਾ ਜਵਾਨ। ਬਰਫ਼ ਧਸਣ ਦੀ ਵਜ੍ਹਾ ਕਰਕੇ ਖੱਡ ਦੇ ਵਿੱਚ ਡਿੱਗ ਗਈ ਸੀ ਫੌਜ ਦੀ ਗੱਡੀ। ਸਵਰਨਜੀਤ ਸਿੰਘ ਵੀ ਗੱਡੀ ਦੇ ਵਿੱਚ ਸੀ ਸਵਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਇੱਕ ਐਕਸਕਲੂਸਿਵ ਇੰਟਰਵਿਊ ਦੀ, ਜਿਸ ਦੇ ਵਿੱਚ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੇ ਵੱਡੇ ਖੁਲਾਸੇ ਹੋਏ ਨੇ। ਮੂਸੇਵਾਲਾ ਨੂੰ ਮਾਰਨ ਦੇ ਲਈ ਇੱਕ ਵੱਡੀ ਸਾਜ਼ਿਸ਼ ਘੜੀ ਗਈ ਸੀ ਔਰ ਇਹ ਦਾਅਵਾ ਕੀਤਾ ਗਿਆ ਹੈ, ਪੂਰਾ ਖੁਲਾਸਾ ਕੀਤਾ ਗਿਆ ਹੈ HGS ਧਾਲੀਵਾਲ ਦੇ ਵੱਲੋਂ, ਜੋ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ CP ਨੇ। ਜੋ ਗ੍ਰਿਫਤਾਰੀਆਂ ਹੁਣ ਤੱਕ ਸ਼ੂਟਰਾਂ ਦੀਆਂ ਹੋਈਆਂ ਨੇ ਉਹਨਾਂ ਦੀ ਟੀਮ ਦੇ ਵੱਲੋਂ ਹੀ ਕੀਤੀਆਂ ਗਈਆਂ ਨੇ ਤੇ ਧਾਲੀਵਾਲ ਨਿਊਜ਼ 18 ਦੇ ਨਾਲ ਜੁੜੇ ਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਵਿੱਚ ਬਹੁਤ ਤਫਸੀਲ ਦੇ ਨਾਲ ਗੱਲਬਾਤ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 6 ਮਹੀਨੇ ਤੋਂ ਪੂਰੀ ਪਲੈਨਿੰਗ ਚੱਲ ਰਹੀ ਸੀ ਔਰ ਜਿਹੜੇ ਸ਼ੂਟਰਸ ਨੇ ਉਹਨਾਂ ਨੇ 8 ਤੋਂ 9 ਵਾਰ ਰੇਕੀ ਕੀਤੀ ਸੀ ਸਿੱਧੂ ਮੂਸੇਵਾਲਾ ਦੀ ਔਰ 3 ਤਰੀਕੇ ਨਾਲ ਇਸ ਕਤਲ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕੀਤੀ ਗਈ ਸੀ। ਪਹਿਲਾ ਪਲਾਨ ਸੀ ਕਿ ਕਤਲ ਘਰ ਦੇ ਵਿੱਚ ਜਾ ਕੇ ਕੀਤਾ ਜਾਵੇ। ਉਸ ਦੇ ਲਈ ਇੱਕ ਸ਼ਖਸ ਜਿਹੜਾ ਸ਼ੂਟਰਾਂ ਦਾ ਹੀ ਸ਼ਖਸ ਦੱਸਿਆ ਜਾਂਦਾ, ਉਹ ਇੱਕ ਗਿਫਟ ਲੈ ਕੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ ਸੀ। ਉੱਥੇ ਜਾ ਕੇ ਇੱਕ ਤਰੀਕੇ ਨਾਲ ਰੇਕੀ ਕਰਨ ਗਿਆ ਸੀ। ਇੱਕ ਫੈਨ ਬਣ ਕੇ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਉਸਦੇ ਘਰ ਗਿਆ ਗਿਫਟ ਲੈ ਕੇ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇੱਕ ਨਾਰਮਲ ਗਿਫਟ ਦਿੱਤਾ। ਸਿੱਧੂ ਦੇ ਨਾਲ ਫੋਟੋਆਂ ਖਿਚਵਾਈਆਂ ਤੇ ਉਹ ਰੇਕੀ ਕੀਤੀ ਤੇ ਰੇਕੀ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਵੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਲੈਨਿੰਗ ਸੀ ਤੇ ਕਿਸੇ ਥੈਲੇ ਜਾਂ ਫਿਰ ਕਿਸੇ ਹੋਰ ਚੀਜ਼ ਦੇ ਵਿੱਚ ਗਿਫਟ ਦੱਸ ਕੇ ਰਾਈਫਲ ਪਾ ਕੇ ਸਿੱਧੂ ਮੂਸੇਵਾਲਾ ਦੇ ਘਰ ਜਾਇਆ ਜਾਵੇ ਤੇ ਉੱਥੇ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਵੇ। ਪਰ CP ਧਾਲੀਵਾਲ ਦੱਸ ਰਹੇ ਨੇ, ਸਪੈਸ਼ਲ ਦਿੱਲੀ ਪੁਲਿਸ ਦੇ ਸਪੈਸ਼ਲ ਟੀਮ ਦੇ CP HGS ਧਾਲੀਵਾਲ, ਉਹਨਾਂ ਦੇ ਮੁਤਾਬਕ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਇਹ ਲੱਗਿਆ ਕਿ ਉੱਥੇ ਜਾ ਕੇ ਸ਼ੂਟ ਕਰਨਾ ਆਸਾਨ ਨਹੀਂ ਹੋਏਗਾ ਕਿਉਂਕਿ ਸਾਹਮਣੇ ਸਿਕਿਉਰਿਟੀ ਹੈ, ਇਸ ਕਰਕੇ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਜਾ ਸਕਦੀਆਂ ਨੇ, ਉੱਥੇ ਉਹਨਾਂ ਨੂੰ ਵੀ ਮਾਰਿਆ ਜਾ ਸਕਦਾ ਹੈ। ਤੇ ਉਸ ਤੋਂ ਬਾਅਦ ਦੂਜਾ ਪਲਾਨ ਬਣਾਇਆ ਗਿਆ ਕਿ ਜਿਹੜੀ ਪੁਲਿਸ ਦੀ ਵਰਦੀ ਹੈ ਉਹ ਪਾ ਕੇ 3 ਲੋਕ ਜਾਣ ਸਿੱਧੂ ਮੂਸੇਵਾਲਾ ਦੇ ਘਰ ਤੇ ਉੱਥੇ ਜਾ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ। ਪਰ ਸਿੱਧੂ ਮੂਸੇਵਾਲਾ ਦੇ ਘਰ ਜਾਂਦੇ ਉਸ ਤੋਂ ਪਹਿਲਾਂ ਵਰਦੀਆਂ ਤਾਂ ਕਹਿੰਦੇ ਅਰੇਂਜ ਹੋ ਗਈਆਂ, ਪਰ ਕਿਉਂਕਿ ਹਰ ਪੁਲਿਸ ਵਾਲੇ ਦੀ ਨੇਮ ਪਲੇਟ ਲਿਖੀ ਹੁੰਦੀ ਹੈ ਉਹਨਾਂ ਦੇ ਵਰਦੀ ਦੇ ਉੱਤੇ, ਆਪਾਂ ਦੇਖਿਆ ਕਿ ਹਰ ਪੁਲਿਸ ਵਾਲੇ ਦਾ ਨਾਮ ਲਿਖਿਆ ਹੁੰਦਾ ਨੇਮ ਪਲੇਟ ਦੇ ਉੱਤੇ, ਤਾਂ ਉਹ ਨੇਮ ਪਲੇਟ ਨਹੀਂ ਸੀ। ਇਹ ਵੱਡਾ ਖੁਲਾਸਾ ਹੈ। ਹੁਣ ਤੱਕ ਦਾ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਸਾਹਮਣੇ ਨਹੀਂ ਆਇਆ ਸੀ ਜਿਹੜਾ ਹੁਣ ਆਇਆ ਹੈ ਕਿ ਇੱਕ ਵਰਦੀ ਪਾ ਕੇ ਘਰ ਜਾਣ ਦੀ ਫਿਰਾਕ ਦੇ ਵਿੱਚ ਸੀ ਕਿ ਘਰ ਜਾ ਕੇ ਹੀ ਗੋਲੀਆਂ ਮਾਰ ਦਿੱਤੀਆਂ ਜਾਣ, ਪੁਲਿਸ ਵਾਲੇ ਬਣ ਕੇ ਅਸੀਂ ਜਾਈਏ। ਪਰ ਜਦੋਂ ਨੇਮ ਪਲੇਟ ਨਹੀਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਆਈਡੀਆ ਵੀ ਡ੍ਰੌਪ ਕਰ ਦਿੱਤਾ ਕਿਉਂਕਿ ਉੱਥੇ ਸਿਕਿਉਰਿਟੀ ਤਾਂ ਮੌਜੂਦ ਸੀ ਸਿੱਧੂ ਮੂਸੇਵਾਲਾ ਦੀ। ਤਾਂ ਉਹਨਾਂ ਨੂੰ ਲੱਗਿਆ ਜਿਹੜੇ ਸ਼ੂਟਰ ਸੀ ਕਿ ਜੇਕਰ ਅਸੀਂ ਬਿਨਾਂ ਨੇਮ ਪਲੇਟ ਤੋਂ ਜਾਵਾਂਗੇ ਤਾਂ ਜਿਹੜੇ ਉੱਥੇ ਮੁਲਾਜ਼ਮ ਪਹਿਲਾਂ ਤੋਂ ਮੌਜੂਦ ਨੇ ਉਹ ਇੱਕੋ ਦਮ ਪਹਿਚਾਨ ਜਾਣਗੇ
ਕਿ ਇਹਨਾਂ ਤੇ ਨੇਮ ਪਲੇਟ ਨਹੀਂ ਲੱਗੀ ਹੋਈ, ਇਸ ਕਰਕੇ ਕੋਈ ਨਾ ਕੋਈ ਗੜਬੜ ਹੈ। ਤਾਂ ਉਹਨਾਂ ਨੇ ਫਿਰ ਉਹ ਵੀ ਪਲਾਨ ਡ੍ਰੌਪ ਕਰ ਦਿੱਤਾ ਤੇ ਉਸ ਤੋਂ ਬਾਅਦ ਰੇਕੀ ਜਾਰੀ ਰੱਖੀ ਤੇ ਰੇਕੀ ਜਾਰੀ ਰੱਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਗੱਡੀਆਂ ਨੂੰ ਫੋਲੋ ਕੀਤਾ ਤੇ ਉਸ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਵੀ ਸਾਥੀ ਜਿਹੜੇ ਇਸ ਸ਼ੂਟਿੰਗ 'ਚ ਨਹੀਂ ਇਨਵੋਲਵ ਹੈਗੇ ਉਹ ਪਹਿਲਾਂ ਵੀ ਆਏ ਸੀ, ਜੋ ਇਹਨਾਂ ਤੋਂ ਪਤਾ ਲੱਗਿਆ ਜੀ ਕਿਸੇ ਵਜ੍ਹਾ ਨਾਲ ਇਹਨਾਂ ਨੇ ਦੇਖਿਆ ਕਿ ਕੋਈ ਚੈਕਿੰਗ ਸਿਕਿਉਰਿਟੀ ਸੀ, ਚੈਕਿੰਗ ਸੀ। ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਘਰ ਦੇ ਅੰਦਰ ਜਾ ਕੇ ਮਾਰਨ ਦਾ। ਜਦੋਂ ਇਹਨਾਂ ਨੇ ਦੇਖਿਆ ਕਿ ਇੱਥੇ ਪੀਐਸਓ ਨੇ ਤੇ ਚੈਕਿੰਗ ਹੋ ਰਹੀ ਆ ਤਾਂ ਇਹਨਾਂ ਨੇ ਉਹ ਪਲਾਨ ਨੂੰ ਅਬੋਰਟ ਕੀਤਾ। ਇਹਨਾਂ ਨੇ ਇਨਫੈਕਟ ਕੁਝ ਆਪਣੇ ਸਾਥੀਆਂ ਨੂੰ ਡਿਕਵਾਏ ਬਣਾ ਕੇ, ਜਿੱਦਾਂ ਕਹਿ ਸਕਦੇ ਆ, ਭੇਜਿਆ ਗਿਫਟ ਲੈ ਕੇ, ਤਾਂ ਕਿ ਉਹਨਾਂ ਨੂੰ ਲੱਗੇ ਕਿ ਮੇਰਾ ਕੋਈ ਫੈਨ ਹੈਗਾ ਗਿਫਟ ਲੈ ਕੇ ਆਇਆ। ਤੇ ਗਿਫਟ ਉਹ ਨਾਰਮਲ ਹੁੰਦਾ ਸੀਗਾ, ਸੋ ਉਹ ਦੇਖ ਲਿਆ ਇਹਨਾਂ ਨੇ ਕਿ ਗਿਫਟ ਦੀ ਵੀ ਚੈਕਿੰਗ ਹੋ ਰਹੀ ਆ ਤੇ ਬੰਦੇ ਦੀ ਵੀ ਚੈਕਿੰਗ ਹੋ ਰਹੀ ਆ, ਤੇ ਇਹਨਾਂ ਨੇ ਵੈਪਨ ਲੈ ਕੇ ਜਾਣ ਦਾ ਫਿਰ ਆਈਡੀਆ ਡ੍ਰੌਪ ਕਰਤਾ। ਫਿਰ ਇਹਨਾਂ ਦਾ ਪਲਾਨ ਬਣਿਆ ਕਿ ਕਿਸੇ ਆਟੋਮੈਟਿਕ ਵੈਪਨ ਨਾਲ ਜਿਹਨੂੰ ਕੰਸੀਲ ਕੀਤਾ ਜਾ ਸਕੇ ਕਿਸੇ ਥੱਲੇ 'ਚ ਜਾਂ ਕਿਸੇ ਚੀਜ਼ 'ਚ, ਤੇ ਇਹਨਾਂ ਦਾ ਕੋਈ ਬੰਦਾ ਜਾ ਕੇ ਅੰਦਰ ਜਾ ਕੇ ਬਰਸਟ ਫਾਇਰ ਕਰ ਦੇ ਤੇ ਵੈਪਨ ਸਿੱਟ ਦੇ ਤਾਂ ਕਿ ਉਹ ਆਪ ਨਾ ਮਰੇ। ਸੋ ਉਹ ਵੀ ਇਹਨਾਂ ਨੂੰ ਲੱਗਿਆ ਕਿ ਬਰਸਟ ਫਾਇਰ ਕਰੂਗਾ ਤਾਂ ਸ਼ਾਇਦ ਇਹਨਾਂ ਦਾ ਜੋ ਟਾਰਗੇਟ ਸੀ, ਜੋ ਇਹ ਕ੍ਰਾਈਮ ਕਰਨਾ ਚਾਹੁੰਦੇ ਸੀ, ਉਹਨੂੰ ਲੱਗਿਆ ਕਿ ਸ਼ਾਇਦ ਉਸ ਤਰੀਕੇ ਨਾਲ ਉਹਨੂੰ ਸਹੀ ਅੰਜਾਮ ਇਹਨਾਂ ਦੇ ਹਿਸਾਬ ਦੇ ਨਾਲ ਨਹੀਂ ਦਿੱਤਾ ਜਾ ਸਕੇਗਾ। ਤਾਂ ਇਹਨਾਂ ਨੂੰ ਇਹ ਵੀ ਸੀਗਾ ਕਿ ਉੱਥੇ ਸਿਕਿਉਰਿਟੀ ਵੀ ਹੈ ਅੰਦਰ, ਸੋ ਇਹਨਾਂ ਨੇ ਉਹ ਆਈਡੀਆ ਵੀ ਡ੍ਰੌਪ ਕਰਤਾ। ਫਿਰ ਇਹਨਾਂ ਨੂੰ ਇਹ ਸੀਗਾ ਕਿ ਕੁਝ ਦਿਨ ਚਾਹੇ ਉੱਥੇ ਰੁਕਣਾ ਪਏ, ਚਾਹੇ ਕਿੰਨੀਆਂ ਵੀ ਰੈਕੀਆਂ ਕਰਨੀਆਂ ਪੈਣ, ਸਭ ਤੋਂ ਇਹਨਾਂ ਨੂੰ ਲੱਗਿਆ ਕਿ ਜਿਹੜਾ ਤਰੀਕਾ ਹੈਗਾ ਉਹ ਇਹ ਹੋ ਸਕਦਾ ਕਿ ਗੱਡੀ ਨੂੰ ਟੇਲ ਕੀਤਾ ਜਾਏ ਜਦੋਂ ਮੌਕਾ ਮਿਲਦਾ ਤੇ ਗੱਡੀ ਨੂੰ ਟਾਰਗੇਟ ਕੀਤਾ ਜਾਏ। ਉਹ ਇਹਨਾਂ ਨੇ ਕਾਫੀ ਸਾਰੇ ਦਿਨ ਇਹ ਵੇਟ ਕਰਦੇ ਰਹੇ ਉੱਥੇ, ਤੇ ਜਦੋਂ ਇਹਨਾਂ ਨੂੰ ਫਾਈਨਲੀ ਪਤਾ ਲੱਗਿਆ ਰੈਕੀ ਵਾਲਿਆਂ ਤੋਂ, ਜਿਹੜਾ ਤੀਜਾ ਜਣਾ ਇਹਨਾਂ ਨਾਲ ਅਸੀਂ ਅਰੈਸਟ ਕੀਤਾ, ਕੇਸ਼ਵ, ਜਿਹੜਾ ਉਧਰ ਮਾਨਸਾ ਏਰੀਆ ਦਾ ਹੀ ਹੈਗਾ ਜੀ, ਉਹ ਸ਼ੂਟਰਾਂ ਨਾਲ ਕਈ ਰੈਕੀਆਂ ਦੇ ਵਿੱਚ ਆ ਕੇ ਗਿਆ ਪਹਿਲਾਂ। ਤੇ ਉਦੋਂ ਫਿਰ ਇਹਨਾਂ ਨੂੰ ਜਿਹੜੇ ਰੈਕੀ ਵਾਲੇ ਨੇ, ਕਿਉਂਕਿ ਇਹਨਾਂ ਦਾ ਰੈਕੀ ਵਾਲਾ ਕੋਈ ਇੱਕ ਬੰਦਾ ਨਹੀਂ ਸੀ, ਇੱਕ ਤੋਂ ਜ਼ਿਆਦਾ ਲੋਕ ਸੀਗੇ, ਸੋ ਜਦੋਂ ਉਸ ਦਿਨ ਫਾਈਨਲ ਉਹਨੇ ਦੱਸਿਆ ਤੇ ਇਹ ਉੱਥੇ ਵੇਟ ਕਰ ਹੀ ਰਹੇ ਸੀਗੇ ਤੇ ਇਹ ਕਾਫੀ ਇਹਨਾਂ ਨੂੰ ਮੌਕੇ ਦੀ ਤਲਾਸ਼ ਸੀ। ਤੇ ਜਦੋਂ ਇਹਨਾਂ ਨੂੰ ਰੈਕੀ ਵਾਲੇ ਨੇ ਦੱਸਿਆ ਵੀ ਇਹ ਅੱਜ ਸਿੱਧੂ ਮੂਸੇਵਾਲਾ ਜਾ ਰਹੇ ਨੇ ਆਪਣੇ ਦੋਸਤਾਂ ਨਾਲ ਤੇ ਨਾਲ ਪੀਐਸਓ ਨਹੀਂ ਹੈਗੇ, ਇਹਨਾਂ ਨੇ ਇਮੀਡੀਏਟਲੀ ਗੱਡੀਆਂ ਨਾਲ ਉਹਨਾਂ ਨੂੰ ਫੋਲੋ ਕੀਤਾ ਤੇ ਘਟਨਾ ਨੂੰ ਅੰਜਾਮ ਦਿੱਤਾ। ਤਾਂ ਸੀਪੀ ਧਾਲੀਵਾਲ ਇੱਕ ਹੋਰ ਵੱਡਾ ਖੁਲਾਸਾ ਕਰਕੇ ਗਏ ਨੇ, ਕਿਉਂਕਿ ਜਦੋਂ ਸ਼ੂਟਰ ਗ੍ਰਿਫਤਾਰ ਕੀਤੇ ਗਏ ਤਾਂ ਕੁਝ ਹਥਿਆਰਾਂ ਦੀ ਵੀ ਬਰਾਮਦਗੀ ਹੋਈ ਹੈ, ਪਰ ਵੱਡਾ ਖੁਲਾਸਾ ਇਹ ਵੀ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਕਿ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰਾਂ ਨੂੰ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ। ਜਿਸ ਗਨ ਦੇ ਨਾਲ ਸਿੱਧੂ ਮੂਸੇਵਾਲਾ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਅਜੇ ਤੱਕ ਬਰਾਮਦ ਨਹੀਂ ਹੋਈਆਂ ਨੇ। ਜਿਹੜੇ ਰਿਜ਼ਰਵ ਰੱਖੇ ਹੋਏ ਸੀ, ਜਿਹੜੇ ਰਿਜ਼ਰਵ ਹਥਿਆਰ ਸੀ, ਉਹੀ ਬਰਾਮਦ ਹੁਣ ਤੱਕ ਕੀਤੇ ਗਏ ਨੇ। ਵਾਰਦਾਤ ਦੇ ਵਿੱਚ ਵਰਤੀ ਰਾਈਫਲ ਜਿਸ ਦਾ ਜ਼ਿਕਰ ਹੋ ਰਿਹਾ ਹੈ, ਹਾਲਾਂਕਿ ਉਹ ਅਜੇ ਤੱਕ ਇਹ ਵੀ ਸਾਫ਼ ਨਹੀਂ ਹੈ ਕਿ ਉਹ ਰਾਈਫਲ ਕਿਹੜੀ ਸੀ, AK-47 ਸੀ, 74 ਸੀ ਜਾਂ 94 ਸੀ। ਇਹ ਵੀ ਜ਼ਿਕਰ ਕੀਤਾ ਐਕਸੀਐਸ ਤੇ ਧਾਲੀਵਾਲ ਹੋਰਾਂ ਦੇ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਅਜੇ ਤੱਕ ਇਹ ਵੀ ਕਲੀਅਰ ਨਹੀਂ ਹੈ ਕਿ ਕਿਹੜੀ ਰਾਈਫਲ ਦਾ ਇਸਤੇਮਾਲ ਕੀਤਾ ਗਿਆ, ਪਰ AK ਸੀਰੀਜ਼ ਦੀ ਰਾਈਫਲ ਲੱਗ ਰਹੀ ਹੈ। ਤੇ ਰਾਈਫਲ ਮਨਪ੍ਰੀਤ ਮੰਨੂ ਆਪਣੇ ਨਾਲ ਲੈ ਗਿਆ, ਜਿਸ ਦੇ ਵੱਲੋਂ ਰਾਈਫਲ ਦਾ ਉੱਥੇ ਇਸਤੇਮਾਲ ਕੀਤਾ ਗਿਆ ਸੀ, ਗੋਲੀਆਂ ਮਾਰੀਆਂ ਗਈਆਂ ਸੀ। ਪ੍ਰਿਆਵਰਤ ਫੌਜੀ ਨੂੰ ਹਥਿਆਰਾਂ ਦੇ ਨਾਲ ਭਰਿਆ ਇੱਕ ਬੈਗ ਮਿਲਿਆ ਸੀ। ਹਥਿਆਰਾਂ ਦੇ ਨਾਲ ਭਰਿਆ ਬੈਗ ਫੌਜੀ ਨੂੰ ਫਤਿਹਾਬਾਦ ਦੇ ਵਿੱਚ ਮਿਲਿਆ ਤੇ ਲਾਰੈਂਸ ਬਿਸ਼ਨੋਈ ਕਤਲकांड ਦਾ ਮਾਸਟਰਮਾਈਂਡ ਹੈ। ਇਹ ਵੀ ਉਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ। ਬਹੁਤ ਇੰਪੋਰਟੈਂਟ ਹੈ ਕਿ ਹੁਣ ਤੱਕ, ਕਿਉਂਕਿ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਦੋਂ ਦੋ ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਪ੍ਰਿਆਵਰਤ ਫੌਜੀ ਹੈ, ਤਾਂ ਉਸ ਦੇ ਨਾਲ ਇਹ ਹਥਿਆਰ ਵੀ ਬਰਾਮਦ ਕੀਤੇ ਗਏ ਸਨ, ਇਹ ਵੀ ਦੱਸਿਆ ਗਿਆ। ਹਾਲਾਂਕਿ ਇਹ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ, ਇਹ ਬਰਾਮਦ ਕੀਤੇ ਗਏ ਨੇ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਹਰਿਆਣਾ ਦੇ ਵਿੱਚੋਂ ਕਿਸੇ ਥਾਂ ਤੋਂ। ਪਰ ਹੁਣ ਜਿਹੜੇ ਐਕਸੀਐਸ ਧਾਲੀਵਾਲ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਸ ਹਥਿਆਰ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਹਥਿਆਰ ਅਜੇ ਬਰਾਮਦ ਨਹੀਂ ਹੋਇਆ, ਇਹ ਰਿਜ਼ਰਵ ਰੱਖੇ ਗਏ ਸੀ। ਉਹ ਵਾਲੇ ਹਥਿਆਰ ਦੇ ਨਾਲ ਉਹ ਵਾਲੇ ਹਥਿਆਰ ਅਸੀਂ ਬਰਾਮਦ ਕੀਤੇ ਨੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਸੀਪੀ ਸਰ। ਜਿਹੜੇ ਹਥਿਆਰ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਤੁਸੀਂ ਬਰਾਮਦ ਕੀਤੇ ਨੇ, ਇਹ ਉਹ ਸਾਰੇ ਹਥਿਆਰ ਬਰਾਮਦ ਹੋ ਗਏ ਨੇ ਜਿਹੜੇ ਸ਼ੂਟਿੰਗ ਦੇ ਵਿੱਚ ਇਸਤੇਮਾਲ ਕੀਤੇ ਗਏ ਸੀ, ਔਰ ਐਗਜ਼ੈਕਟਲੀ ਉਹੀ ਹਥਿਆਰ ਹੈ, ਕਨਫਰਮ ਹੋ ਚੁੱਕੇ? ਇਹ ਜਿਹੜੇ ਹਥਿਆਰ ਅਸੀਂ ਬਰਾਮਦ ਹੋਏ ਨੇ, ਪ੍ਰਿਆਵਰਤ ਫੌਜੀ ਨੂੰ ਇੱਕ ਪੂਰਾ ਬੈਗ ਮਿਲਿਆ ਸੀਗਾ ਹਥਿਆਰਾਂ ਦਾ, ਤੇ ਉਹਦੇ ਚ ਜਦੋਂ ਉਹਨੂੰ ਮਿਲਿਆ ਤਾਂ ਉਹਨੂੰ ਖੁਦ ਵੀ ਨਹੀਂ ਸੀ ਪਤਾ ਕਿ ਕਿਹੜਾ ਕਿਹੜਾ ਅਸਲਾ ਇਹਦੇ ਚ ਹੋਏਗਾ। ਤੇ ਜਦੋਂ ਉਹਨੇ ਬੈਗ ਦੇਖਿਆ ਤਾਂ ਉਹਦੇ ਚ AK ਵੀ ਸੀ, ਉਹਦੇ ਚ ਅੰਡਰ ਬੈਰਲ ਗ੍ਰਨੇਡ ਲਾਂਚਰ ਸੀ, 8 ਗ੍ਰਨੇਡ ਸੀਗੇ,
ਪਿਸਟਲ ਸੀਗੇ। ਸੋ ਇਹਨਾਂ ਨੇ ਜੀ। ਜਿਹੜੇ ਪਿਸਟਲ ਫਾਇਰ ਕੀਤੇ ਤੇ ਜਿਹੜਾ ਵੈਪਨ ਫਾਇਰ ਕੀਤਾ, ਉਹ ਵਾਰਦਾਤ ਤੋਂ ਬਾਅਦ ਇਹਨਾਂ ਤੋਂ ਅਲੱਗ ਬੰਦਾ ਕੋਈ ਲੈ ਕੇ ਗਿਆ। ਇਹਨਾਂ ਨੇ ਜੋ ਦੱਸਿਆ, ਜਿਹੜੇ ਰਿਜ਼ਰਵ ਵੈਪਨ ਸੀ ਇਹਨਾਂ ਨੇ ਰੱਖੇ ਹੋਏ ਸੀ, ਜਿਹੜੇ ਵਾਰਦਾਤ ਦੇ ਸਪੌਟ ਤੇ ਗਏ ਪਰ ਵਰਤੇ ਨਹੀਂ ਗਏ, ਜਿੱਦਾਂ ਗ੍ਰੇਨੇਡ ਸੀ, ਗ੍ਰੇਨੇਡ ਲਾਂਚਰ ਸੀਗਾ, ਰਿਜ਼ਰਵ ਪਿਸਟਲ ਸੀਗੇ, ਉਹ ਰਿਕਵਰ ਹੋ ਗਏ ਨੇ। ਤੇ ਏਕੇ ਵੀ ਇਹਦੇ ਕੋਲੇ ਸੀਗੀ ਤੇ ਉਹ ਮਨਪ੍ਰੀਤ ਮੰਨੂ ਨੇ ਤੋਂ ਲੈ ਲਈ ਸੀਗੀ ਤੇ ਪ੍ਰਿਯਵਰਤ ਨੂੰ ਪਹਿਲਾਂ ਫਾਇਰ ਕਰਨੀ ਸੀ, ਪਰ ਉਹ ਫਿਰ ਕਰੀ ਮੰਨੂ ਨੇ ਫਾਇਰ, ਤੇ ਉਹ ਮੰਨੂ ਤੇ ਤੇ ਵੱਡੇ ਖੁਲਾਸੇ ਹੋਏ ਨੇ। ਇੱਕ ਚੀਜ਼ ਤਾਂ ਕਲੀਅਰ ਹੋ ਗਈ ਹੈ ਕਿ 6 ਲੋਕਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਹੜੇ ਗੈਂਗਸਟਰ ਸੀ, 2 ਕਰੋਲਾ ਕਾਰ ਦੇ ਵਿੱਚ ਸਵਾਰ ਸੀ ਤੇ 4 ਜਿਹੜੇ ਉਹ ਬਲੈਰੋ ਗੱਡੀ ਦੇ ਵਿੱਚ ਸਵਾਰ ਸਨ। ਉਹਨਾਂ ਨੂੰ ਅੱਗੇ ਜਿਸਨੇ ਲੈ ਕੇ ਜਾਣਾ ਸੀ, ਯਾਨੀ ਵਾਰਦਾਤ ਤੋਂ ਅੰਜਾਮ ਦੇਣ ਤੋਂ ਬਾਅਦ ਵੀ ਕੁਝ ਲੋਕ ਉੱਥੇ ਪੁਆਇੰਟ ਸੀ ਪਹਿਲਾਂ ਤੋਂ ਹੀ, ਉਸ ਦੇ ਵੱਲੋਂ ਉਹਨਾਂ ਨੂੰ ਉੱਥੋਂ ਕੱਢਿਆ ਗਿਆ, ਯਾਨੀ ਕਿ ਉਸ ਇਲਾਕੇ ਤੋਂ ਬਾਹਰ ਲੈ ਕੇ ਗਏ। ਔਰ ਜੋ ਕੇਸ਼ਵ ਨਾਮ ਦਾ ਸ਼ਖਸ ਹੈ, ਉਸ ਦੇ ਵੱਲੋਂ ਉਸ ਨੂੰ ਪੂਰੀ ਉੱਥੇ ਇਲਾਕੇ ਦੀ ਜਾਣਕਾਰੀ ਸੀ, ਜਿਸ ਦੇ ਵੱਲੋਂ ਇਹ ਗੈਂਗਸਟਰਾਂ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ, ਉੱਥੋਂ ਜੋ ਲੈ ਕੇ ਗਿਆ। ਉਹਦਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਹਮਲਾਵਰਾਂ ਦੇ ਕੋਲ ਇੱਕ ਖਤਰਨਾਕ ਰੂਸੀ ਹਥਿਆਰ ਵੀ ਸਨ। ਜੋ ਹਥਿਆਰ ਬਰਾਮਦ ਹੋਏ ਨੇ, ਉਹਨਾਂ ਬਾਰੇ ਪੂਰੀ ਡਿਟੇਲ ਦਿੱਤੀ ਗਈ ਹੈ। ਮੂਸੇਵਾਲਾ ਦੇ ਦੋਸਤ ਤੇ ਹਥਿਆਰਾਂ ਦੇ ਡੀਲਰ ਵਿੱਕੀ ਮਾਨਸਲੌਦੀ ਨੇ। ਰਿਪੋਰਟ ਦੇਖੋ। खतरनाक ग्रेनेड, ग्रेनेड लॉन्चर, इलेक्ट्रिक डेटोनेटर, असॉल्ट राइफल, ਇਹ ਉਹੀ ਖਤਰਨਾਕ ਹਥਿਆਰ ਨੇ ਜੋ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਰਾਮਦ ਹੋਏ ਨੇ। ਪੁਲਿਸ ਮੁਤਾਬਕ ਇਹ ਮਾਰੂ ਹਥਿਆਰ ਬੈਕਅਪ ਪਲਾਨ ਲਈ ਰੱਖੇ ਗਏ ਸੀ, ਯਾਨੀ ਕਿ ਲੋੜ ਪੈਂਦੀ ਤਾਂ ਗ੍ਰੇਨੇਡ ਦੇ ਨਾਲ ਸਿੱਧੂ ਮੂਸੇਵਾਲਾ ਤੇ ਹਮਲਾ ਕਰਨਾ ਸੀ। ਇਹ ਹਥਿਆਰ ਕਿੰਨੇ ਖਤਰਨਾਕ ਨੇ, ਇਸ ਦਾ ਖੁਲਾਸਾ ਕੀਤਾ ਹੈ ਸਿੱਧੂ ਮੂਸੇਵਾਲਾ ਦੇ ਦੋਸਤ ਤੇ ਹਥਿਆਰਾਂ ਦੇ ਡੀਲਰ ਵਿੱਕੀ ਮਾਨਸਲੌਦੀ ਨੇ। ਉਹੀ ਦੋਸਤ ਜਿਸ ਨੂੰ ਮੂਸੇਵਾਲੇ ਨੇ ਬੁਲੇਟ ਪ੍ਰੂਫ ਜੈਕਟ ਭੇਜਣ ਲਈ ਵੀ ਕਿਹਾ ਸੀ। ਸਲੌਦੀ ਮੁਤਾਬਕ ਜੋ ਗ੍ਰੇਨੇਡ ਲਾਂਚਰ ਬਰਾਮਦ ਹੋਇਆ ਹੈ ਉਹ ਰੂਸੀ GP-25 ਹੈ, ਜੋ ਕਿ ਬਹੁਤ ਹੀ ਖਤਰਨਾਕ ਹੈ। ਉਹਨਾਂ ਮੁਤਾਬਕ ਇਹ AK ਸੀਰੀਜ਼ ਦੀ ਰਾਈਫਲ ਤੇ ਬਹੁਤ ਸੌਖਾ ਮਾਊਂਟ ਹੋ ਜਾਂਦਾ ਹੈ। ਇਹ ਲਾਂਚਰ ਕਈ ਦੇਸ਼ਾਂ ਦੀਆਂ ਫੌਜਾਂ ਇस्तेमाल करदियां ने। GP-25 का पकड़ा जाना एक अपने आप में बड़ा चिंता का विषय है। ये एक डेंजरस अंडर बैरल ग्रेनेड लॉन्चर है जो कि 40 mm का हाई वेलोसिटी एक्सप्लोसिव राउंड फायर करता है। इसकी रेंज कुछ 400 मीटर तक है और इसे हर वेदर कंडीशन में फायर किया जा सकता है। ये AK स्टाइल राइफल्स जैसे AK-74, AK-47 में बिना किसी मॉडिफिकेशन से अटैच हो जाता है और इसे एक स्टैंड अलोन कॉन्फ़िगरेशन में भी फायर किया जा सकता है। इसे दुनिया की कई मेजर आर्मीज जैसे रशिया, इंडिया, पाकिस्तान, ईरान यूज करती हैं। इसका वजन कुछ 1.5 किलो है। ग्रेनेड ਨੂੰ ਲੈ ਕੇ ਵੀ ਸਲੌਦੀ ਨੇ ਕਈ ਖੁਲਾਸੇ ਕੀਤੇ। ਉਹਨਾਂ ਮੁਤਾਬਕ ਇਹ 40 mm ਗ੍ਰੇਨੇਡ ਬਹੁਤ ਖਤਰਨਾਕ ਹੁੰਦੇ ਨੇ। ਇਤੋਂ ਤੱਕ ਕਿ ਜੇ ਫਾਇਰ ਕਰਨ ਤੇ ਗ੍ਰੇਨੇਡ ਐਕਸਪਲੋਡ ਨਾ ਹੋਵੇ ਤਾਂ ਆਟੋ डिस्ट्रक्ट होके एक्सप्लोड हो जाता है। 40 mm ग्रेनेड की जो ये GP-25 लॉन्चर फायर करता है, 40 mm ग्रेनेड जहां भी हिट करता है उसका किल जोन रेडियस कुछ 5 मीटर है और उसका कैजुअल्टी जोन रेडियस कुछ 15 मीटर है। ਸਿੱਧੂ ਮੂਸੇਵਾਲਾ ਦਾ ਜਿਸ ਪਲਾਨਿੰਗ ਦੇ ਤਹਿਤ ਕਤਲ ਕੀਤਾ ਗਿਆ ਉਹ ਹੈਰਾਨ ਕਰਨ ਵਾਲਾ ਹੈ ਤੇ ਹਮਲਾਵਰਾਂ ਕੋਲੋਂ ਐਸੇ ਖਤਰਨਾਕ ਹਥਿਆਰ ਮਿਲਣੇ ਚਿੰਤਾ ਦਾ ਵਿਸ਼ਾ ਨੇ। ਆਖਰ ਇਹਨਾਂ ਗੈਂਗਸਟਰਾਂ ਕੋਲ ਇਹ ਮਾਰੂ ਹਥਿਆਰ ਆਏ ਕਿਵੇਂ ਤੇ ਕਿੱਥੋਂ ਆਏ ਤੇ ਕਿਵੇਂ ਇਹ ਪੁਲਿਸ ਤੇ ਏਜੰਸੀਆਂ ਦੀਆਂ ਅੱਖਾਂ ਤੋਂ ਓਲੇ ਰਹੇ, ਇਹ ਵੱਡਾ ਸਵਾਲ ਹੈ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਪੁਲਿਸ ਦੀ ਗਿਰਫਤ ਦੇ ਵਿੱਚ ਹੈ। ਵਾਰਦਾਤ ਵਾਲੇ ਦਿਨ ਪ੍ਰਿਯਵਰਤ ਫੌਜੀ ਹੀ ਸਾਰੇ ਸ਼ੂਟਰਾਂ ਨੂੰ ਲੀਡ ਕਰ ਰਿਹਾ ਸੀ। ਸਾਡੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਹੋਣਹਾਰ ਪਹਿਲਵਾਨ ਤੇ ਫੌਜ ਦਾ ਜਵਾਨ ਅਪਰਾਧ ਦੀ ਦੁਨੀਆ ਦਾ ਵੱਡਾ ਨਾਮ ਬਣ ਗਿਆ। ਮੂਸੇਵਾਲਾ ਕਤਲकांड ਦੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਪ੍ਰਿਯਵਰਤ ਫੌਜੀ ਸਣੇ 2 ਸ਼ੂਟਰਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਪੁੱਛਗਿੱਛ ਦੇ ਵਿੱਚ ਉਸਨੇ ਵੱਡੇ ਖੁਲਾਸੇ ਕੀਤੇ ਨੇ। ਪ੍ਰਿਯਵਰਤ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸੋਨੀਪਤ ਦੇ ਛੋਟੇ ਜਿਹੇ ਪਿੰਡ ਗੜੀ ਸਿਸਾਨਾ ਦਾ ਰਹਿਣ ਵਾਲਾ ਹੈ। ਗਰੀਬ ਜਿਹੇ ਪਰਿਵਾਰ ਵਿੱਚ ਪੈਦਾ ਹੋਇਆ, ਫਿਰ ਆਪਣੀ ਲਗਨ ਅਤੇ ਮਿਹਨਤ ਦੇ ਨਾਲ ਪਹਿਲਵਾਨ ਬਣਿਆ ਤੇ ਇਸ ਤੋਂ ਬਾਅਦ ਫੌਜ ਦੇ ਵਿੱਚ ਭਰਤੀ ਹੋ ਗਿਆ। ਜੁਲਾਈ 2015 ਵਿੱਚ ਉਸਨੇ ਆਪਣੇ ਸਾਥੀਆਂ ਮਨਜੀਤ ਤੇ ਮੋਨੂ ਡਾਗਰ ਦੇ ਨਾਲ ਰਲ ਕੇ ਰੁਖੀ ਪਿੰਡ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪ੍ਰਿਯਵਰਤ ਦੀ ਦੋਸਤੀ ਰਾਮਕਰਨ ਬਈਆਪੁਰ ਦੇ ਨਾਲ ਹੋ ਗਈ
ਅਤੇ ਵੇਖਦੇ ਹੀ ਵੇਖਦਿਆਂ ਉਹ ਅਪਰਾਧ ਦੀ ਇੱਕ ਅਜਿਹੀ ਦਲਦਲ ਵਿੱਚ ਚਲਾ ਗਿਆ ਕਿ ਕਦੇ ਨਿਕਲ ਹੀ ਨਹੀਂ ਸਕਿਆ। ਉਸ ਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਜਿਹੇ ਖੁੰਖਾਰ ਗੈਂਗਸਟਰਸ ਦੇ ਲਈ ਕੰਮ ਕਰਨ ਲੱਗਿਆ। ਪ੍ਰਿਯਵਰਤ ਫੌਜੀ ਤੇ ਕਤਲ ਸਣੇ 12 ਮੁਕੱਦਮੇ ਦਰਜ ਨੇ। ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ 2 ਹੋਰ ਮੁਲਜ਼ਮਾਂ ਦੇ ਨਾਲ ਗੁਜਰਾਤ ਦੇ ਮੁੰਦਰਾ ਤੋਂ गिरफ्तार कर लिया। तो उस दिन की जो घटना थी उसमें 2 मॉड्यूल इस पे जो घटना को अंजाम देने में वो एक्टिव थे। दोनों गोल्डी ब्राड से कनाडा में जो बैठ के इसको इन टच थे, दोनों मॉड्यूल से उन इन टच थे। एक गाड़ी में बोलेरो में जिसको कशिश चला रहा था, जिसको प्रियव्रत फौजी जो है ये मॉड्यूल को हेड कर रहा था। अंकित सिरसा इनके साथ था और दीपक मुंडी इनके साथ था। ये 4 लोग बोलेरो गाड़ी में थे, लेकिन ऑब्वियसली सस्पेक्ट्स में से दैट वाज द स्टार्टिंग पॉइंट। तो 3 उसमें से जो हमारा वो था कि 3 शूटर जो थे वो वही निकले, रूपा, मन्नू और प्रियव्रत फौजी। इनसे रिकवरीज जो हुई हैं वो है 8 हाई एक्सप्लोसिव ग्रेनेड्स। कृष्ण बरोड़ा के कतल तो बाद तो प्रियव्रत पिंड विच नजर नहीं आया। मशहूर बदमाश बिट्टू बरोड़ा के पिता के कतल तो बाद पुलिस ने उसते 25,000 रुपए का इनाम भी रखा सी। हरियाणा पुलिस की जानकारी तो मुताबिक कृष्ण की हत्या तो बाद प्रियव्रत फौजी अचानक गायब हो जाता है। हालांकि पुलिस वालों 25,000 का जिहड़ा इनाम है वो भी रखा गया सीगा, लेकिन उस तो बाद प्रियव्रत फौजी अचानक गायब हो जाता है। जिहड़ी जानकारी मिली है कि लारेंस बिश्नोई ਦੇ ਗੁਰਗਿਆਂ ਨਾਲ ਲਗਾਤਾਰ ਉਹ ਕੰਮ ਕਰ ਰਿਹਾ ਸੀਗਾ। ਫਿਰੌਤੀ ਦੀ ਗੱਲ ਕਰੀਏ, ਰੰਗਦਾਰੀ ਦੀ ਗੱਲ ਕਰੀਏ, ਕਈ ਅਪਰਾਧਿਕ ਜਿਹੜੇ ਮਾਮਲੇ ਹੈ ਹਰਿਆਣਾ ਹੀ ਨਹੀਂ ਬਲਕਿ ਦਿੱਲੀ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਕਈ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਉਹਦੇ ਵਿੱਚ ਲਗਾਤਾਰ ਫੌਜੀ ਨੂੰ ਪੁਲਿਸ ਜਿਹੜੀ ਹੈ ਉਹਦੀ ਭਾਲ ਕਰ ਰਹੀ ਸੀ। ਤੇ ਹੁਣ ਦਿੱਲੀ ਪੁਲਿਸ ਨੇ ਇਹਨੂੰ ਕਾਬੂ ਕੀਤਾ ਹੈ ਤੇ ਕਈ ਹੋਰ ਵੱਡੇ ਖੁਲਾਸੇ ਇਸ ਪੂਰੇ ਮਾਮਲੇ 'ਚ ਸਿੱਧੂ ਮੂਸੇਵਾਲੇ ਦੇ ਲਗ ਤੋਂ ਹੋਰ ਕਈ ਵੱਡੇ ਮਾਮਲੇ ਨੇ, ਫਿਰੌਤੀ ਦੇ ਨੇ, ਮਰਡਰਸ ਦੇ ਨੇ, ਉਹ ਹੁਣ ਗੁੱਥੀ ਜਿਹੜੀ ਹੈ ਉਹ ਸੁਲਝਣ ਦਾ ਦਾਵਾ ਜਿਹੜਾ ਹੈ ਉਹ ਜ਼ਰੂਰ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਪ੍ਰਿਯਵਰਤ ਫੌਜੀ ਨੂੰ। ਮੂਸੇਵਾਲਾ ਦੇ ਕਤਲ ਤੇ ਬਾਅਦ ਤੋਂ ਪ੍ਰਿਯਵਰਤ ਪੁਲਿਸ ਦੀ ਰਡਾਰ ਤੇ ਸੀ ਤੇ ਆਖਿਰਕਾਰ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੀ ਪੁੱਛਗਿੱਛ ਵਿੱਚ ਉਸਨੇ ਕਈ ਖੁਲਾਸੇ ਕੀਤੇ ਨੇ। ਕਿਵੇਂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਅਤੇ ਹਥਿਆਰਾਂ ਦੇ ਨਾਲ ਕਿਵੇਂ ਉਹ ਹਿਸਾਰ ਦੇ ਕਿਰਮਾਣਾ ਪਿੰਡ ਵਿੱਚ ਰੁਕਿਆ, ਆਪਣੇ ਸਾਥੀ ਦੇ ਨਾਲ ਰਲ ਕੇ ਹਥਿਆਰ ਕਿਵੇਂ ਉੱਥੇ ਲੁਕਾ ਕੇ ਰਾਜਸਥਾਨ ਤੋਂ ਹੁੰਦੇ ਹੋਏ ਗੁਜਰਾਤ ਪਹੁੰਚਿਆ, ਇਹ ਸਭ ਕੁਝ ਪ੍ਰਿਯਵਰਤ ਨੇ ਦੱਸਿਆ। ਮਨੋਜ ਰਾਠੀ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਸਿੱਧੂ ਮੂਸੇਵਾਲੇ ਨੂੰ ਲੈ ਕੇ ਲਗਾਤਾਰ ਜਿਹੜੀ ਇਹ ਚੀਜ਼ਾਂ ਖੁੱਲਦੀ ਨਜ਼ਰ ਆ ਰਹੀ ਹੈ, ਲਗਾਤਾਰ ਕੜੀਆਂ ਜਿਹੜੀਆਂ ਉਹ ਜੁੜਦੀ ਨਜ਼ਰ ਆ ਰਹੀ ਹੈ, ਲੇਕਿਨ ਇਹਦੇ ਵਿੱਚ ਪ੍ਰਿਯਵਰਤ ਫੌਜੀ ਇੱਕ ਇਸ ਤਰ੍ਹਾਂ ਦੀ ਲੀਡ ਹੈ ਕਿ ਜਿਹਨੇ ਸਾਰੀ ਜਿਹੜੀ ਹੈਗੀ ਉਹ ਸਾਰਾ ਲੀਡ ਕੀਤਾ। ਜਿਹੜੇ ਵੀ ਸ਼ਾਰਪ ਸ਼ੂਟਰ ਉੱਥੇ ਪਹੁੰਚਦੇ ਨੇ, ਕਿੱਥੇ ਉਹ ਰਹਿਣਾ ਹੈ, ਕਿੱਥੇ ਜਾਣਾ ਹੈ, ਕਿਸ ਤਰ੍ਹਾਂ ਡਿਵਾਈਡ ਹੋਣਾ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪ੍ਰਿਯਵਰਤ ਫੌਜੀ ਜਿਹੜਾ ਹੈ ਉਹ ਲੀਡ ਕਰ ਰਿਹਾ ਸੀਗਾ। ਤੇ ਹੁਣ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਕਿਹੜੇ ਇਹਦੇ ਵਿੱਚ ਲੋਕ ਜਿਹੜੇ ਹੈ ਉਹ ਸ਼ਾਮਿਲ ਹੈ। ਮੋਹਾਲੀ ਤੋਂ ਕੈਮਰਾਮੈਨ ਸਨਮਪ੍ਰੀਤ ਸਿੰਘ ਨਾਲ ਮਨੋਜ ਰਾਠੀ, 18 ਪੰਜਾਬ।